ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਸੰਵਿਧਾਨਕ ਸੋਧਾਂ ਬਾਰੇ ਗੱਲ ਕਰਾਂਗੇ। ਪਹਿਲਾਂ ਵੀ ਆਪਾਂ ਵੀਡੀਓ ਪਾਈ ਹੋਈ ਹੈ ਸੋਧਾਂ ਦੇ ਉੱਤੇ। ਉਸ ਦੇ ਵਿੱਚ ਕੁਛ ਕੁ ਸੋਧਾਂ ਰਹਿੰਦੀਆਂ ਨੇ ਜਿਹੜੀਆਂ ਡੀਪ ਤੋਂ ਡੀਪ ਪੁੱਛ ਰਹੇ ਹੈ, ਤਾਂ ਕਰਕੇ ਜਿਵੇਂ 239 AA 239 AB ਬਾਰੇ ਪੁੱਛਿਆ ਗਿਆ ਹੈ। ਉਹ 69 ਸੋਧ ਹੈ ਜਿਹੜੀ ਆਪਣੀ ਹੋਈ ਹੈ 1991 ਦੇ ਵਿੱਚ। ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਰਹੇ ਨੇ, ਤਾਂ ਕਰਕੇ ਆਪਾਂ ਨੇ ਦੁਬਾਰਾ ਵੀਡੀਓ ਬਣਾਈ ਹੈ ਇਸ ਨੂੰ। ਅਤੇ ਜੇ ਵੀਡੀਓ ਵਧੀਆ ਲੱਗ ਰਹੀਆਂ ਨੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ। ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਸੰਵਿਧਾਨਿਕ ਸੰਸ਼ੋਧਨ, ਜਿਹੜਾ ਸੰਵਿਧਾਨ ਦੇ ਵਿੱਚ ਸੋਧ ਕਰਨ ਸੰਵਿਧਾਨ ਦੇ ਭਾਗ 20ਵੇਂ ਦੇ ਵਿੱਚ ਦਿੱਤਾ ਹੋਇਆ, ਉਸ ਦੇ ਲਈ ਆਰਟੀਕਲ 368 ਹੈ। ਅਤੇ ਇਹ ਆਪਾਂ ਨੇ ਸੋਧ ਕਰਨ ਦੀ ਪ੍ਰਕਿਰਿਆ ਦੱਖਣੀ ਅਫਰੀਕਾ ਤੋਂ ਲਈ ਗਈ ਹੈ। ਪਹਿਲਾਂ ਵੀ ਆਪਾਂ ਦੱਸਿਆ ਸੋਧ ਕਰਨ ਦੇ 3 ਤਰੀਕੇ ਨੇ: ਸਿੰਪਲ ਮੈਜੋਰਟੀ, ਸਪੈਸ਼ਲ ਮੈਜੋਰਟੀ, ਤੀਜਾ ਗਿਆ ਸਪੈਸ਼ਲ ਮੈਜੋਰਟੀ ਵਿਦ ਹਾਫ ਸਟੇਟ ਮੈਜੋਰਟੀ। 3 ਤਰ੍ਹਾਂ ਦੇ ਨਾਲ ਆਪਾਂ ਸੰਵਿਧਾਨ ਦੇ ਵਿੱਚ ਸੋਧ ਕਰ ਸਕਦੇ ਹਾਂ। ਉਹਦੇ ਲਈ ਆਰਟੀਕਲ 368 ਹੈ। ਪਹਿਲੀ ਸੋਧ 1951 ਵਿੱਚ ਹੋਈ ਸੀ, ਜਿਸ ਦੇ ਰਾਹੀਂ ਆਪਾਂ ਨੇ ਸੰਵਿਧਾਨ ਦੇ ਵਿੱਚ 9ਵੀਂ ਅਨੁਸੂਚੀ ਸ਼ਾਮਿਲ ਕੀਤੀ ਸੀ। ਇਸ ਤੋਂ ਪਹਿਲਾਂ ਸੰਵਿਧਾਨ ਦੇ ਵਿੱਚ 8 ਅਨੁਸੂਚੀਆਂ ਸੀ। 9ਵੀਂ ਅਨੁਸੂਚੀ ਆਪਾਂ ਪਹਿਲੀ ਸੋਧ 1951 ਰਾਹੀਂ ਸ਼ਾਮਿਲ ਕੀਤੀ ਹੈ, ਜਿਹੜੇ ਜ਼ਿਮੀਂਦਾਰਾਂ ਨਾਲ ਜ਼ਿਮੀਂਦਾਰੀ ਪ੍ਰਥਾ ਨੂੰ ਖਤਮ ਕੀਤਾ ਸੀਗਾ, ਅਤੇ ਇਹ ਭੂਮੀ ਸੁਧਾਰ ਨਾਲ ਸੰਬੰਧਿਤ ਹੈ। 7ਵੀਂ ਸੋਧ 1956 ਰਾਹੀਂ ਸੰਵਿਧਾਨ ਦੇ 7ਵੇਂ ਭਾਗ ਨੂੰ ਰੱਦ ਕਰ ਦਿੱਤਾ ਗਿਆ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸ਼ੁਰੂਆਤ ਕੀਤੀ ਗਈ ਸੀ। ਰਾਜ ਪੁਨਰਗਠਨ ਆਯੋਗ ਨੇ ਰਾਜਾਂ ਨੂੰ ABCD ਵਿੱਚੋਂ ਕੱਢ ਕੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ। ਉਸ ਸਮੇਂ ਆਪਣੇ ਭਾਰਤ ਵਿੱਚ 14 ਰਾਜ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ ਸੀ। ਰਾਜ ਪੁਨਰਗਠਨ ਦੇ ਲਈ ਫੈਜ਼ਲ ਅਲੀ ਕਮੇਟੀ ਬਣਾਈ ਗਈ ਸੀ, ਜਿਹੜੀ 1953 ਵਿੱਚ ਬਣਾਈ ਗਈ ਸੀ। ਇਸ ਦੇ ਕੁੱਲ 3 ਮੈਂਬਰ ਸੀ, ਜਿਹਦਾ ਮੁਖੀ ਫੈਜ਼ਲ ਅਲੀ ਸੀ, ਅਤੇ 2 ਮੈਂਬਰ KM ਪਨੀਕਰ ਅਤੇ HN ਕੁੰਜਰੂ ਸੀ। ਮਤਲਬ 7ਵੀਂ ਸੋਧ 1956 ਹੈ ਜਿਹੜੀ, ਇਹ ਭਾਸ਼ਾ ਦੇ ਆਧਾਰ 'ਤੇ ਰਾਜਾਂ ਦੇ ਪੁਨਰਗਠਨ ਨਾਲ ਸੰਬੰਧਿਤ ਹੈ। ਇੱਕ ਤੋਂ ਵੱਧ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੱਕ ਰਾਜਪਾਲ ਦੀ ਨਿਯੁਕਤੀ ਅਤੇ ਇੱਕ ਤੋਂ ਵੱਧ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਇੱਕ ਸਿੰਗਲ ਹਾਈ ਕੋਰਟ ਹੋਵੇਗੀ। ਇਹ ਵੀ 7ਵੀਂ ਸੋਧ 1956 ਵਿੱਚ ਦੱਸਿਆ ਗਿਆ ਹੈ। ਅਤੇ ਇਸੇ ਵਿੱਚ ਹੀ ਲੋਕ ਸਭਾ ਦੀਆਂ ਸੀਟਾਂ 500 ਤੋਂ ਵਧਾ ਕੇ 520 ਕਰ ਦਿੱਤੀਆਂ ਗਈ ਸੀ। ਸ਼ੁਰੂ ਵਿੱਚ ਸੰਵਿਧਾਨ ਆਪਣੀ ਲੋਕ ਸਭਾ ਦੀਆਂ ਸੀਟਾਂ 500 ਸੀ, 500 ਤੋਂ 520 7ਵੀਂ ਸੋਧ 1956 ਰਾਹੀਂ ਕੀਤੀਆਂ ਗਈਆਂ। 8ਵੀਂ ਸੋਧ 1960 ਪਹਿਲੀ ਵਾਰ SC ST ਅਤੇ ਐਂਗਲੋ ਇੰਡੀਅਨਾਂ ਲਈ ਜਿਹੜੀ ਰਿਜ਼ਰਵਰੇਸ਼ਨ ਸੀ, ਉਸ ਦੀ ਮਿਆਦ ਨੂੰ 10 ਸਾਲ ਵਧਾਇਆ ਗਿਆ, ਯਾਨੀ ਕਿ 1970 ਤੱਕ ਵਾਧਾ ਕੀਤਾ ਗਿਆ। 10ਵੀਂ ਸੋਧ 1961 10ਵੀਂ ਇੱਦਾਂ ਯਾਦ ਰੱਖਿਓ, ਦਾਦਾ 10 ਰੁਪਏ ਦੇ ਦਿਓ। 10 ਤੋਂ ਬਣ ਗਿਆ 10ਵੀਂ ਸੋਧ 1961 ਦੇ ਵਿੱਚ ਹੋਈ ਹੈ। ਦਾਦਾ ਤੋਂ ਬਣ ਗਿਆ ਦਾਦਰਾ ਨਗਰ ਹਵੇਲੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਭਾਰਤ ਵਿੱਚ ਸ਼ਾਮਿਲ ਕੀਤਾ ਗਿਆ। ਇਸ ਉੱਤੇ ਪਹਿਲਾਂ ਪੁਰਤਗਾਲੀਆਂ ਦਾ ਕਬਜ਼ਾ ਸੀਗਾ। ਪੁਰਤਗਾਲੀਆਂ ਤੋਂ ਛਡਾ ਕੇ ਭਾਰਤ ਦੇ ਵਿੱਚ ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ। 10ਵੀਂ ਸੋਧ 1961 ਰਾਹੀਂ ਦਾਦਾ 10 ਰੁਪਏ, ਇਹ ਯਾਦ ਰੱਖਿਓ। 12ਵੀਂ ਸੋਧ 1961 ਦੇ ਵਿੱਚ ਗੋਆ ਅਤੇ ਦਮਨਦੀਵ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਸ਼ਾਮਿਲ ਕੀਤਾ ਗਿਆ। ਇਸ ਉੱਤੇ ਪੁਰਤਗਾਲੀਆਂ ਦਾ ਕਬਜ਼ਾ ਸੀ। ਪੁਰਤਗਾਲੀ ਯੂਰਪੀਅਨ ਕੰਪਨੀਆਂ ਵਿੱਚੋਂ ਸਭ ਤੋਂ ਪਹਿਲਾਂ ਆਏ ਸੀ ਅਤੇ 1961 ਦੇ ਵਿੱਚ ਸਭ ਤੋਂ ਬਾਅਦ ਦੇ ਵਿੱਚ ਗਏ ਹੈ। 13ਵੀਂ ਸੋਧ 1962 ਦੇ ਵਿੱਚ ਨਾਗਾਲੈਂਡ ਨੂੰ 16ਵੇਂ ਰਾਜ ਦਾ ਦਰਜਾ ਦਿੱਤਾ ਗਿਆ ਅਤੇ ਇਸ ਰਾਜ ਨੂੰ ਸਪੈਸ਼ਲ ਅਧਿਕਾਰ 371A ਵਿੱਚ ਦਿੱਤੇ ਗਏ ਹਨ। 14ਵੀਂ ਸੋਧ 1962 ਦੇ ਵਿੱਚ ਪਾਂਡੇਚੇਰੀ ਨੂੰ ਭਾਰਤ ਵਿੱਚ ਸ਼ਾਮਿਲ ਕੀਤਾ ਗਿਆ। ਇਹ ਫਰਾਂਸੀਸੀਆਂ ਕੋਲ ਸੀ ਅਤੇ ਲੋਕ ਸਭਾ ਦੀਆਂ ਸੀਟਾਂ 520 ਤੋਂ ਵਧਾ ਕੇ 525 ਕਰ ਦਿੱਤੀਆਂ ਗਈਆਂ। 7ਵੀਂ ਸੋਧ ਦੇ ਵਿੱਚ 500 ਤੋਂ ਵਧਾ ਕੇ 520 ਕੀਤੀਆਂ। 14ਵੀਂ ਸੋਧ ਦੇ ਵਿੱਚ 520 ਤੋਂ ਵਧਾ ਕੇ 525 ਸੀਟਾਂ ਕਰ ਦਿੱਤੀਆਂ ਗਈਆਂ ਲੋਕ ਸਭਾ ਦੀਆਂ। 15ਵੀਂ ਸੋਧ 1963 ਹਾਈ ਕੋਰਟ ਤੇ ਜੱਜਾਂ ਦੀ ਸੇਵਾ ਮੁਕਤੀ ਦੀ ਉਮਰ 60 ਤੋਂ ਵਧਾ ਕੇ 62 ਕਰ ਦਿੱਤੀ ਗਈ, 62 ਸਾਲ ਤੱਕ।
मतलब कि 1963 तक हाई कोर्ट के जੱਜਾਂ की रिटायर्ड उम्र 60 साल सी, अजकल 62 साल है। 18ਵੀਂ ਸੋਧ 1966। इस ਸੋਧ ਰਾਹੀਂ पंजाब राज का पुनर्गठन करके नवा पंजाब, हरियाणा राज ਅਤੇ चंडीगढ़ ਨੂੰ केंद्र शासित प्रदेश बनाया गया ਅਤੇ ਇਹ शाह कमीशन द्वारा बनाया गया सी, जिस दा मुखी JC शाह सी। 21ਵੀਂ ਸੋਧ 1967। ਇਹ ਸੰਵਿਧਾਨ ਦੀ 8ਵੀਂ ਅਨੁਸੂਚੀ ਨਾਲ ਸੰਬੰਧਿਤ ਹੈ, ਜਿਸ ਵਿੱਚ ਭਾਸ਼ਾਵਾਂ ਦਾ ਜ਼ਿਕਰ ਹੈ। ਪਹਿਲਾਂ 14 ਭਾਸ਼ਾਵਾਂ ਸਨ, ਵਰਤਮਾਨ ਸਮੇਂ 22 ਭਾਸ਼ਾਵਾਂ ਨੇ। ਇਹ 22 ਭਾਸ਼ਾਵਾਂ ਸੋਧਾਂ ਰਾਹੀਂ ਜੋੜੀਆਂ ਗਈਆਂ ਨੇ। 14 ਭਾਸ਼ਾਵਾਂ ਤੋਂ ਬਾਅਦ 15ਵੀਂ ਭਾਸ਼ਾ ਸਿੰਧੀ 21ਵੀਂ ਸੋਧ 1967 ਰਾਹੀਂ ਜੋੜੀ ਗਈ। ਮਤਲਬ 1967 ਦੇ ਵਿੱਚ ਸੰਵਿਧਾਨ ਦੇ ਵਿੱਚ 15 ਭਾਸ਼ਾਵਾਂ ਹੋ ਗਈਆਂ। ਰਾਜਸਥਾਨੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਸੰਵਿਧਾਨ ਵਿੱਚ ਦਰਜਾ ਨਹੀਂ ਦਿੱਤਾ ਗਿਆ। 22ਵੀਂ ਸੋਧ 1969। ਅਸਾਮ ਵਿੱਚੋਂ ਮੇਘਾਲਿਆ ਨੂੰ ਵੱਖ ਕਰਕੇ ਨਵਾਂ ਰਾਜ ਬਣਾਇਆ ਗਿਆ। 23ਵੀਂ ਸੋਧ 1970 ਰਾਹੀਂ। ਇੱਕ 1960 ਦੇ ਵਿੱਚ ਹੋਈ ਸੀ ਸੋਧ, 8ਵੀਂ ਸੋਧ, ਜਿਸ ਦੇ ਵਿੱਚ SC ST ਐਂਗਲੋ ਇੰਡੀਅਨਾਂ ਦੀ ਸੀਟਾਂ ਦਾ ਰਾਖਵਾਂਕਰਨ 10 ਸਾਲ ਵਧਾਇਆ ਗਿਆ ਸੀ। ਇਸੇ ਤਰ੍ਹਾਂ 23ਵੀਂ ਸੋਧ ਦੇ ਵਿੱਚ ਵੀ ਇਹਨਾਂ ਦਾ ਰਾਖਵਾਂਕਰਨ 10 ਸਾਲ ਅੱਗੇ ਵਧਾਇਆ ਗਿਆ। 27ਵੀਂ ਸੋਧ 1971 ਰਾਹੀਂ ਮਨੀਪੁਰ ਅਤੇ ਤ੍ਰਿਪੁਰਾ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ। 27ਵੀਂ ਸੋਧ 1971 ਰਾਹੀਂ। 24ਵੀਂ ਸੋਧ 1971। ਇਸ ਸੋਧ ਰਾਹੀਂ ਸੰਸਦ ਨੂੰ ਮੌਲਿਕ ਅਧਿਕਾਰਾਂ ਦੇ ਨਾਲ ਸੰਵਿਧਾਨ ਦੇ ਕਿਸੇ ਵੀ ਭਾਗ ਵਿੱਚ ਸੋਧ ਕਰਨ ਦਾ ਅਧਿਕਾਰ ਦਿੱਤਾ ਗਿਆ। 31ਵੀਂ ਸੋਧ 1973। ਇਸ ਨਾਲ ਲੋਕ ਸਭਾ ਦੀਆਂ ਸੀਟਾਂ 525 ਤੋਂ ਵਧਾ ਕੇ 545 ਕਰ ਦਿੱਤੀਆਂ ਗਈਆਂ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਅਤੇ ਇਹਨਾਂ ਨਾਲ ਰਿਲੇਟਡ 3 ਸੋਧਾਂ ਹੋ ਚੁੱਕੀਆਂ ਨੇ, 7, 14 ਅਤੇ 31। ਇਹ ਲੋਕ ਸਭਾ ਦੀਆਂ ਸੀਟਾਂ ਦੇ ਵਾਧੇ ਨਾਲ ਸੰਬੰਧਿਤ ਹਨ। 36ਵੀਂ ਸੋਧ 1975। ਸਿੱਕਮ ਨੂੰ 22ਵੇਂ ਰਾਜ ਵਜੋਂ ਭਾਰਤ 'ਚ ਦਰਜਾ ਦਿੱਤਾ ਗਿਆ। ਕਈ ਲੋਕ 6 ਨੂੰ ਸੇ ਬੋਲਦੇ ਆ। ਇਹਨੂੰ ਯਾਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਿੱਕਮ ਸੱਤੀ, ਮਤਲਬ ਸਿੱਕਮ ਨੂੰ 36ਵੀਂ ਸੋਧ ਰਾਹੀਂ ਭਾਰਤ ਦੇ ਵਿੱਚ ਰਾਜ ਦਾ ਦਰਜਾ ਦਿੱਤਾ ਗਿਆ। 39ਵੀਂ ਸੋਧ 1975। ਇਹ ਇੰਦਰਾ ਗਾਂਧੀ ਦੇ ਸਮੇਂ ਜਾਂ ਕਾਂਗਰਸ ਦੇ ਸਮੇਂ ਸੋਧ ਹੋਈ ਸੀ। ਇਸ ਦੇ ਵਿੱਚ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਜੇ ਕੋਈ ਵੀ ਝਗੜਾ ਹੁੰਦਾ ਹੈ, ਉਸ ਨੂੰ ਲੈ ਕੇ ਜੋ ਨਿਪਟਾਰਾ ਸੁਪਰੀਮ ਕੋਰਟ ਕਰਦੀ ਹੈ। ਇਸ ਦੇ ਵਿੱਚ ਕਿਹਾ ਗਿਆ ਸੁਪਰੀਮ ਕੋਰਟ ਨਹੀਂ ਬਲਕਿ ਸੰਸਦ ਦੁਆਰਾ ਬਣਾਈ ਕਮੇਟੀ ਕਰੇਗੀ। 42ਵੀਂ ਸੋਧ 1976। ਇਹ ਬਹੁਤ ਇੰਪੋਰਟੈਂਟ ਹੈ। ਇਸ ਨੂੰ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ ਹੈ। ਇਸ ਸੋਧ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਅਤੇ ਇਸ ਸੰਵਿਧਾਨਿਕ ਸੋਧ ਦੇ ਵਿੱਚ ਸਵਰਨ ਸਿੰਘ ਕਮੇਟੀ ਦੇ ਆਧਾਰ 'ਤੇ ਭਾਰਤੀ ਸੰਵਿਧਾਨ ਦੇ ਵਿੱਚ 10 ਕਰਤੱਵ ਜੋੜੇ ਗਏ ਸੀ, ਜੋ ਭਾਰਤੀ ਸੰਵਿਧਾਨ ਦੇ ਭਾਗ 4A ਵਿੱਚ ਦਰਜ ਹੈ ਅਤੇ ਆਰਟੀਕਲ 51A ਵਿੱਚ ਦਰਜ ਹੈ। ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ ਸਵਰਨ ਸਿੰਘ ਕਮੇਟੀ ਕਿਸ ਨਾਲ ਸੰਬੰਧਿਤ ਹੈ, ਤਾਂ ਇਹ ਮੌਲਿਕ ਕਰਤੱਵਾਂ ਨਾਲ ਸੰਬੰਧਿਤ ਹੈ। ਇਸੇ ਸੋਧ ਦੇ ਵਿੱਚ ਸਿੱਖਿਆ, ਜੰਗਲੀ ਜੀਵਨ, ਨਾਪਤੋਲ, ਜਨਸੰਖਿਆ ਨਿਯੰਤਰਣ, ਇਹਨਾਂ ਵਿਸ਼ਿਆਂ ਨੂੰ ਰਾਜ ਸੂਚੀ ਦੇ ਵਿੱਚੋਂ ਕੱਢ ਕੇ ਸਮਵਰਤੀ ਸੂਚੀ ਦੇ ਵਿੱਚ ਜੋੜਿਆ ਗਿਆ। ਤਾਂ ਹੀ ਉਹ ਜਿਹੜੇ ਰਾਜ ਸੂਚੀ ਹੈ ਉਸ ਦੇ ਵਿਸ਼ੇ ਪਹਿਲਾਂ 66 ਸੀ, ਹੁਣ 61 ਹਨ ਅਤੇ ਸਮਵਰਤੀ ਸੂਚੀ ਦੇ ਇਸ ਸਮੇਂ ਵਿਸ਼ੇ 52 ਨੇ, ਪਹਿਲਾਂ 47 ਸੀ। ਉਹੀ 5 ਵਿਸ਼ੇ ਰਾਜ ਸੂਚੀ ਤੋਂ ਕੱਢ ਕੇ ਸਮਵਰਤੀ ਸੂਚੀ ਦੇ ਵਿੱਚ ਐਡ ਕੀਤੇ ਗਏ ਅਤੇ ਇਹ ਜਿਹੜੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਸੰਬੰਧੀ ਜਿਹੜੀ ਲਾਈਨ ਲਿਖੀ ਗਈ ਹੈ, ਇਹ 42ਵੀਂ ਸੋਧ ਵਿੱਚ ਨਹੀਂ ਬਲਕਿ 44ਵੀਂ ਸੋਧ ਵਿੱਚ ਹੈ। ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਜੋ ਝਗੜਿਆਂ ਦਾ ਨਿਪਟਾਰਾ ਸੰਸਦ ਨਹੀਂ ਬਲਕਿ ਸੁਪਰੀਮ ਕੋਰਟ ਕਰੇਗੀ। ਇਹ 44ਵੀਂ ਸੋਧ 1978 ਰਾਹੀਂ
ਕੀਤਾ ਗਿਆ ਸੀ। ਇਹ ਥੋੜਾ ਗਲਤੀ ਨਾਲ 42ਵੀਂ ਸੋਧ ਵਿੱਚ ਲਿਖਿਆ ਗਿਆ, ਇਸ ਨੂੰ ਥੋੜਾ ਠੀਕ ਕਰ ਲੈਣਾ। ਤੇ 42ਵੀਂ ਸੋਧ ਦੇ ਵਿੱਚ ਪ੍ਰਸਤਾਵਨਾ ਵਿੱਚ 3 ਸ਼ਬਦ ਸਮਾਜਵਾਦੀ, ਧਰਮ ਨਿਰਪੱਖਤਾ ਅਤੇ ਅਖੰਡਤਾ ਸ਼ਾਮਲ ਕੀਤੇ ਗਏ। ਰਾਸ਼ਟਰਪਤੀ ਨੂੰ ਮੰਤਰੀ ਪਰਿਸ਼ਦ ਦੀ ਸਲਾਹ ਮੰਨਣ ਲਈ ਕਿਹਾ ਗਿਆ। ਰਾਸ਼ਟਰਪਤੀ ਕਿਸੇ ਬਿੱਲ ਨੂੰ ਵਾਪਸ ਨਹੀਂ ਭੇਜ ਸਕਦਾ ਸੀ, ਜੋ ਵੀ ਉਸ ਕੋਲ ਬਿੱਲ ਆਵੇਗਾ ਉਸ ਨੂੰ ਪਾਸ ਕਰਨਾ ਹੀ ਪਵੇਗਾ। ਲੋਕ ਸਭਾ ਦਾ ਕਾਰਜਕਾਲ ਪਹਿਲੀ ਵਾਰੀ 5 ਸਾਲ ਤੋਂ ਵਧਾ ਕੇ 6 ਸਾਲ ਕੀਤਾ ਗਿਆ ਸੀ। ਇਹ 5ਵੀਂ ਲੋਕ ਸਭਾ ਸੀ ਜਿਸ ਦਾ ਕਾਰਜਕਾਲ ਸਭ ਤੋਂ ਲੰਬਾ ਸੀ। 44ਵੀਂ ਸੋਧ 1978 ਭਾਰਤ ਦਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਸੀ, ਜੋ ਜਨਤਾ ਦਲ ਨਾਲ ਸੰਬੰਧਿਤ ਸੀ। ਇਸ ਦੀ ਸੰਵਿਧਾਨ ਸੋਧ ਰਾਹੀਂ ਪਹਿਲੀ ਵਾਰ ਤਾਂ ਲੋਕ ਸਭਾ ਦਾ ਕਾਰਜਕਾਲ 6 ਸਾਲ ਤੋਂ ਘਟਾ ਕੇ ਦੁਬਾਰਾ 5 ਸਾਲ ਕੀਤਾ ਗਿਆ। 44ਵੀਂ ਸੋਧ ਰਾਹੀਂ ਜੋ ਮੌਲਿਕ ਅਧਿਕਾਰ ਦੇ ਵਿੱਚ ਸੰਪत्ति ਦਾ ਅਧਿਕਾਰ ਆਰਟੀਕਲ 31 ਵਿੱਚ ਸੀ, ਉਸ ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਦੇ ਵਿੱਚ ਐਡ ਕੀਤਾ ਅਤੇ ਉਸ ਦਾ ਆਰਟੀਕਲ 300A ਹੈ ਅਤੇ ਇਹ ਹੁਣ ਸੰਵਿਧਾਨ ਦੇ ਭਾਗ 12 ਵਿੱਚ ਦਰਜ ਹੈ, ਜੋ ਕਿ ਪਹਿਲਾਂ ਸੰਵਿਧਾਨ ਦੇ ਭਾਗ 3 ਵਿੱਚ ਯਾਨੀ ਕਿ ਮੌਲਿਕ ਅਧਿਕਾਰਾਂ ਵਿੱਚ ਦਰਜ ਸੀ। ਰਾਸ਼ਟਰਪਤੀ ਆਪਾਤਕਾਲ ਦੀ ਘੋਸ਼ਣਾ ਆਂਤਰਿਕ ਅਸ਼ਾਂਤੀ ਦੇ ਆਧਾਰ ਉੱਤੇ ਨਹੀਂ ਕਰੇਗਾ, ਉਹ ਇਸ ਦੀ ਜਗ੍ਹਾ ਸ਼ਸਤਰ ਵਿਦਰੋਹ ਦੇ ਕਾਰਨ ਕਰ ਸਕਦਾ ਹੈ। ਰਾਸ਼ਟਰਪਤੀ ਨੂੰ ਇਹ ਸ਼ਕਤੀ ਦਿੱਤੀ ਗਈ ਕਿ ਉਹ ਮੰਤਰੀ ਮੰਡਲ ਦੀ ਸਲਾਹ ਨੂੰ ਹਰ ਇੱਕ ਵਾਰ ਪੁਨਰ ਵਿਚਾਰ ਲਈ ਵਾਪਸ ਭੇਜ ਸਕਦਾ ਹੈ, ਪਰੰਤੂ ਦੂਜੀ ਵਾਰ ਉਸ ਨੂੰ ਉਹ ਸਲਾਹ ਮੰਨਣੀ ਪਵੇਗੀ। ਮਤਲਬ ਕਿ ਜਿਵੇਂ ਕੋਈ ਬਿੱਲ ਆਉਂਦਾ ਹੈ, ਰਾਸ਼ਟਰਪਤੀ ਇੱਕ ਵਾਰ ਵਿਚਾਰ ਦੇ ਲਈ ਦੁਬਾਰਾ ਸੰਸਦ ਵਿੱਚ ਭੇਜ ਸਕਦਾ ਹੈ। ਜੇਕਰ ਉਹ ਪਾਸ ਹੋ ਜਾਂਦਾ ਹੈ ਬਿੱਲ ਦੁਬਾਰਾ, ਤਾਂ ਰਾਸ਼ਟਰਪਤੀ ਨੂੰ ਉਸ ਉੱਤੇ ਦਸਤਖਤ ਕਰਨੇ ਪੈਣਗੇ। ਤੇ ਇਸ ਦੇ ਵਿੱਚ ਉਹ ਲਾਈਨ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਜੇ ਕੋਈ ਝਗੜਾ ਹੁੰਦਾ ਹੈ, ਉਸ ਦਾ ਨਿਪਟਾਰਾ ਸੰਸਦ ਦੁਆਰਾ ਬਣਾਈ ਕਮੇਟੀ ਨਹੀਂ ਬਲਕਿ ਆਰਟੀਕਲ 71 ਦੇ ਤਹਿਤ ਸੁਪਰੀਮ ਕੋਰਟ ਕਰੇਗੀ, ਜਿਹੜਾ ਕਿ 39ਵੀਂ ਸੋਧ ਰਾਹੀਂ ਸੰਸਦ ਦੁਆਰਾ ਬਣਾਈ ਕਮੇਟੀ ਨਿਰਧਾਰਿਤ ਕੀਤੀ ਗਈ ਸੀ, ਹੁਣ ਸੁਪਰੀਮ ਕੋਰਟ ਕਰੇਗੀ। 44ਵੀਂ ਸੋਧ 1978 ਦੇ ਬਾਅਦ 45ਵੀਂ ਸੋਧ 1980 ਪਹਿਲਾਂ ਵੀ 2 ਸੋਧਾਂ ਹੋ ਚੁੱਕੀਆਂ ਨੇ, 8, 23 ਤੇ ਹੁਣ ਇਹ 45ਵੀਂ ਸੋਧ। ਇਸ ਦੇ ਵਿੱਚ SC ST ਐਂਗਲੋ ਇੰਡੀਅਨਾਂ ਦੀਆਂ ਸੀਟਾਂ ਦਾ ਰਾਖਵਾਂਕਰਨ 10 ਸਾਲ ਅੱਗੇ ਹੋਰ ਵਧਾਇਆ ਗਿਆ। 52ਵੀਂ ਸੋਧ 1985 ਇਸ ਸੋਧ ਦੇ ਰਾਹੀਂ ਭਾਰਤੀ ਸੰਵਿਧਾਨ ਦੇ ਵਿੱਚ 10ਵੀਂ ਅਨੁਸੂਚੀ ਜੋੜੀ ਗਈ, ਜੋ ਕਿ ਦਲ ਬਦਲੀ ਨਾਲ ਸੰਬੰਧਿਤ ਹੈ। 55ਵੀਂ ਸੰਵਿਧਾਨਕ ਸੋਧ 1986 55ਵੀਂ ਰਾਹੀਂ ਅਰੁਣਾਚਲ ਪ੍ਰਦੇਸ਼ ਨੂੰ ਰਾਜ ਦਾ ਦਰਜਾ ਦਿੱਤਾ ਗਿਆ ਸੀ। 56ਵੀਂ ਸੰਵਿਧਾਨਕ ਸੋਧ 1987 ਰਾਹੀਂ ਇਸ ਸੋਧ ਰਾਹੀਂ ਗੋਆ ਨੂੰ ਭਾਰਤੀ ਰਾਜ ਵਜੋਂ ਦਰਜਾ ਦਿੱਤਾ ਗਿਆ। 61ਵੀਂ ਸੋਧ 1999 ਇਸ ਨੂੰ 1988 ਵੀ ਲਿਖਿਆ ਆ ਸਕਦਾ ਹੈ ਕਿਉਂਕਿ ਇਹ ਸੋਧ ਹੋਈ 1988 'ਚ ਸੀਗੀ, ਲਾਗੂ ਇਸ ਨੂੰ 1999 ਵਿੱਚ ਕੀਤਾ ਗਿਆ ਸੀ। ਇਹ ਸੰਵਿਧਾਨਕ ਸੋਧ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਸਮੇਂ ਹੋਈ ਸੀ। ਇਸ ਵਿੱਚ ਅਨੁਛੇਦ 326 ਵਿੱਚ ਸੋਧ ਕਰਕੇ ਵੋਟ ਪਾਉਣ ਦੀ ਉਮਰ ਜੋ ਪਹਿਲਾਂ 21 ਸਾਲ ਸੀ ਉਸ ਨੂੰ ਘਟਾ ਕੇ 18 ਸਾਲ ਕੀਤੀ ਗਈ। 69ਵੀਂ ਸੰਵਿਧਾਨਕ ਸੋਧ 1991 ਇਹ ਸੰਵਿਧਾਨਕ ਸੋਧ ਅਨੁਸਾਰ ਦਿੱਲੀ ਲਈ ਵਿਧਾਨ ਸਭਾ ਅਤੇ ਮੰਤਰੀ ਮੰਡਲ ਦੀ ਵਿਵਸਥਾ ਕਰਨਾ। ਇਹ ਸੋਧ ਬਾਲ ਕ੍ਰਿਸ਼ਨ ਕਮੇਟੀ ਦੀ ਸਿਫਾਰਸ਼ 'ਤੇ ਹੋਈ ਸੀ। ਪਹਿਲੀ ਵਾਰ ਦਿੱਲੀ ਵਿੱਚ ਵਿਧਾਨ ਸਭਾ 1952 ਵਿੱਚ ਬਣੀ ਸੀ, ਪਰੰਤੂ ਰਾਜਾਂ ਦੇ ਪੁਨਰਗਠਨ ਸਮੇਂ 1956 ਦੇ ਵਿੱਚ ਵਿਧਾਨ ਪਰਿਸ਼ਦ ਨੂੰ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਗਿਆ ਸੀ। ਦਿੱਲੀ ਦਾ ਸੰਵਿਧਾਨ ਇਹ ਆਰਟੀਕਲ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਕਿ ਦਿੱਲੀ ਦੇ ਸੰਵਿਧਾਨ ਵਿੱਚ ਦਿੱਲੀ ਦਾ ਜ਼ਿਕਰ 239 AA ਤੋਂ 239 AB ਤੱਕ ਆਉਂਦਾ ਹੈ। ਇਹ ਕੁਐਸਚਨ ਪੁੱਛਿਆ ਗਿਆ ਸੀ 239 AA ਆਰਟੀਕਲ ਕਿਹੜੀ ਸੋਧ ਰਾਹੀਂ ਜਾਂ ਕਦੋਂ ਐਡ ਕੀਤਾ ਗਿਆ। ਦਿੱਲੀ ਵਿੱਚ ਗਵਰਨਰ ਦੀ ਜਗ੍ਹਾ ਪ੍ਰਸ਼ਾਸਨਿਕ ਹੁੰਦਾ ਹੈ। ਦਿੱਲੀ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਦਾ ਦਰਜਾ ਵੀ ਇਸੇ ਸੋਧ ਰਾਹੀਂ ਦਿੱਤਾ ਗਿਆ ਸੀ। ਇਹ ਇੰਪੋਰਟੈਂਟ ਸੋਧ ਹੈ।
इस नूं ध्यान नाल पढ़ना, इस नूं लैके क्वेश्चन आया है, अगे भी आ सकता है। 70वीं संविधानिक सोध 1992। इस सोध अनुसार दिल्ली ਅਤੇ पांडुचेरी ਦੀ विधान सभा राष्ट्रपति ਦੀ ਚੋਣਾਂ ਦੇ ਵਿੱਚ भाग ਲੈਣ ਦਾ ਪਹਿਲੀ ਵਾਰ मौका मिलिया। इस तो पहला दिल्ली ਅਤੇ पांडुचेरी राष्ट्रपति ਦੀ ਚੋਣ ਵਿੱਚ हिस्सा नहीं ਲੈਂਦੇ ਸੀ, परंतु 70वीं सोध 1992 राਹੀਂ दोनों हिस्सा लेना शुरू किया। 71वीं सोध 1992 यह भी संविधान की 8वीं अनुसूची विच जो भाषावां नाल संबंधित है, जो शुरू विच 14 भाषावां सी, 21वीं सोध 1967 राਹੀਂ 15वीं भाषा सिंधी जोड़ी गई। हुण 71वीं सोध 1992 राਹੀਂ 3 होर भाषावां जोड़ियां गईयां, जिन्हां दी याद रखण दी ट्रिक है नमक। नमक याद रख लियो, नन्ने ते नेपाली, मम्मे ते मणिपुरी, कक्के ते कोकणी, 3 भाषावां नूं भारती संविधान दे विच दर्जा दिता गया। 73वीं संविधानिक सोध 1992 मोस्ट इंपोर्टेंट। इस दे विचों हर एक पेपर दे विच दोनों शिफ्टां दे विच एक क्वेश्चन पक्का ही पाउंदे ने। जां तां इस सोध बारे पुछ लैंदे आ कदों होई सी, जां किहड़ी सोध राहीं पंचायती राज नूं दर्जा मिलिया है, किहड़े भाग दे विच है, किहड़े आर्टिकल ने कदों लागू कीता है। इस तरह के क्वेश्चन ਵੱਖ-ਵੱਖ पेपरां दे विच देखे जा चुके हैं। इस संविधानिक सोध का संबंध पंचायती राज नाल है, मतलब 73वीं संविधानिक सोध 1992 का संबंध पंचायती राज नाल है। इस सोध नाल पंचायती राज नूं भारती संविधान के भाग 9 विच ऐड किया गया ते इस दे नाल 11वीं अनुसूची भी जोड़ी गई। इस नूं 24 अप्रैल 1993 नूं लागू किया गया। जेकर क्वेश्चन पूछा जाता है पंचायती राज बारे संविधान दे कित्थे जिक्र किया है, तो वह 73वीं संविधानिक सोध है, संविधान का भाग 9वां है अते संविधान के भाग 4 विच भी दर्ज है, जिहड़ा राज दे नीति निर्देशक सिद्धांत दे विच आर्टिकल 40 दिता गया है। पंचायती राज नाल संबंधित कमेटियां बलवंत राय मेहता कमेटी 1957, इसने पंचायती राज व्यवस्था नूं लागू कराउण दी सिफारिश की अते पंचायती राज नूं लोकतंत्री विकेंद्रीकरण का नाम दिता, भाव विकेंद्रीकरण भाव शक्तियां दी वंड। इसने 3 पद्धरी सिस्टम की गल की है, जिन्हां दे विचों पहली ग्राम सभा सब तो छोटी संस्था। ग्राम सभा इस दे विच वो नुमाइंदे आउंदे हन जो लोकां द्वारा सीधे तौर पर चुने जाते हैं। ग्राम पंचायत आउणा सी, सॉरी ग्राम सभा जो मैंबर 18 साल के होंदे ने, वोट पाउण वाले होंदे ने, वो ग्राम सभा च आउंदे ने। ते ग्राम पंचायत जिसका मुखी सरपंच हुंदा है, जिहड़ा कि सीधे लोकां द्वारा चुनिया जाता है, चुनण वालियां नूं ग्राम सभा कहा जाता है। ब्लाक पंचायत जां ब्लाक सम्मति, ब्लाक सम्मति यह ब्लाक ते आधारित होंदी है, इस दे मुखी नूं चेयरमैन कहा जाता है। जिला परिषद सब तो उच्ची संस्था है, इसका कार्यकाल 5 साल हुंदा है अते इस दे मुखी नूं भी चेयरमैन कहा जाता है। इस नाल संबंधित होर कमेटियां 1957 की कमेटी के आधार पर ही पहली बारी भारत दे विच 2 अक्तूबर 1959 नूं जवाहर लाल नेहरू ने उद्घाटन किया सी, जिथे कि राजस्थान के नागौर जिले के विच कोई बारादरी पिंड सी, उत्थे पहली बारी पंचायत बनी सी। दूजी कमेटी अशोक मेहता कमेटी 1977, इसने पंचायती राज नूं 3 पद्धरी नहीं बल्कि 2 टाइप सिस्टम की गल कही सी, ग्राम पंचायत अते जिला परिषद। इस कमेटी की सिफारिश नूं लागू नहीं किया गया। राव कमेटी GVK राव कमेटी 1985, इस कमेटी ने पेंडू विकास और गरीबी के खात्मे लिए ढुकवीं प्रशासनिक व्यवस्था के सुधार लिए 3 पद्धरी सिस्टम की गल की ते औरतां नूं पंचायती राज दे विच 1/3 राखवाकरण भी मिलिया होया है। LM सिंघवी कमेटी 1986, ये 1986 दे विच होई सी। LM सिंघवी कमेटी लक्ष्मी मल सिंघवी ते
ਇਸ ਨੇ ਵੀ 3 ਟਾਈਪ ਸਿਸਟਮ ਦੀ ਗੱਲ ਕੀਤੀ ਸੀ ਤੇ ਸੰਵਿਧਾਨਕ ਦਰਜਾ ਦੇਣ ਦੀ ਗੱਲ ਕਹੀ ਸੀ। ਤੇ ਇਸ ਨਾਲ ਸੰਬੰਧਿਤ 2 ਉਪ ਕਮੇਟੀਆਂ ਵੀ ਹਨ, ਪੀਕੇ ਥੁੰਗਣ ਕਮੇਟੀ ਅਤੇ ਗੌਡਗਿੱਲ ਕਮੇਟੀ। ਇਹ 1988 ਦੇ ਵਿੱਚ ਬਣੀਆਂ ਸੀਗੀਆਂ। 74ਵੀਂ ਸੰਵਿਧਾਨਕ ਸੋਧ 1992। ਪੰਚਾਇਤੀ ਰਾਜ ਨੂੰ ਵਿਸ਼ੇ ਵੀ 29 ਦਿੱਤੇ ਗਏ ਸੀ। 74ਵੀਂ ਸੰਵਿਧਾਨਕ ਸੋਧ 1992। ਇਸ ਸੰਵਿਧਾਨਕ ਸੋਧ ਦਾ ਸੰਬੰਧ ਨਗਰ ਪਾਲਿਕਾਵਾਂ ਜਾਂ ਸ਼ਹਿਰੀ ਸ਼ਾਸਨ ਨਾਲ ਹੈ। ਨਗਰ ਪਾਲਿਕਾ ਨੂੰ ਸੰਵਿਧਾਨ ਦੇ ਭਾਗ 9A ਵਿੱਚ ਜੋੜਿਆ ਗਿਆ ਹੈ ਅਤੇ 12ਵੀਂ ਅਨੁਸੂਚੀ ਵਿੱਚ ਦਰਜ ਹੈ। ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਹਨ। 12ਵੀਂ ਅਤੇ ਆਖਰੀ ਅਨੁਸੂਚੀ ਸ਼ਹਿਰੀ ਸ਼ਾਸਨ ਨਾਲ ਸੰਬੰਧਿਤ ਹੈ ਅਤੇ ਇਸ ਨਾਲ ਸੰਬੰਧਿਤ ਆਰਟੀਕਲ 243 ਤੋਂ 243 ZG ਤੱਕ ਹਨ। ਇਹ ਇਸ ਗਲਤ ਲੱਗਾ ਹੈ ਅਤੇ ਇਸ ਨੂੰ 1 ਜੂਨ 1993 ਨੂੰ ਲਾਗੂ ਕੀਤਾ ਗਿਆ ਹੈ। ਇਸ ਦੇ 18 ਵਿਸ਼ੇ ਦਿੱਤੇ ਗਏ ਹਨ। ਇਹ ਵੀ 3 ਟਾਈਪ ਸਿਸਟਮ ਹੀ ਹੈ। ਸਭ ਤੋਂ ਪਹਿਲਾਂ ਨਗਰ ਪੰਚਾਇਤ, ਇਸ ਦੇ ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਨਗਰ ਪਾਲਿਕਾ, ਉਸ ਦੇ ਮੁਖੀ ਨੂੰ ਵੀ ਪ੍ਰਧਾਨ ਕਿਹਾ ਜਾਂਦਾ ਹੈ। ਸਭ ਤੋਂ ਵੱਡੀ ਸੰਸਥਾ ਹੈ ਜਿਹੜੀ ਨਗਰ ਨਿਗਮ। ਪੰਜਾਬ ਦੇ ਵਿੱਚ 13 ਨਗਰ ਨਿਗਮ ਹਨ। ਸਭ ਤੋਂ ਪਹਿਲੀ ਵਾਰੀ ਨਗਰ ਨਿਗਮ ਬਣਾਇਆ ਗਿਆ ਸੀ ਮਦਰਾਸ ਨੂੰ, ਉਹ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ। ਤੇ ਜੋ ਸਭ ਤੋਂ ਵੱਡੀ ਸੰਸਥਾ ਹੈ ਨਗਰ ਨਿਗਮ, ਉਸ ਦੇ ਮੁਖੀ ਨੂੰ ਮੇਅਰ ਕਿਹਾ ਜਾਂਦਾ ਹੈ। ਇਸ ਬਾਰੇ ਕੁਐਸਚਨ ਪੁੱਛਿਆ ਗਿਆ ਹੈ। ਮੇਅਰ ਜਾਂ ਪੰਜਾਬੀ ਦੇ ਵਿੱਚ ਲਿਖ ਦਿੰਦੇ ਹਨ ਮਹਾਪੌਰ। 76ਵੀਂ ਸੰਵਿਧਾਨਕ ਸੋਧ 1994। ਸੰਵਿਧਾਨ ਵਿੱਚ ਅਨੁਛੇਦ 257A ਜੋੜਿਆ ਗਿਆ, ਜਿਸ ਦਾ ਸੰਬੰਧ ਤਾਮਿਲਨਾਡੂ ਵਿੱਚ ਪਿਛੜੇ ਵਰਗ ਦੇ ਲਈ ਸਿੱਖਿਆ ਸੰਸਥਾਨ ਅਤੇ ਨੌਕਰੀਆਂ ਵਿੱਚ ਰਾਖਵਾਂਕਰਨ ਦਿੱਤਾ ਗਿਆ। ਇਹ ਤਾਮਿਲਨਾਡੂ ਨਾਲ ਸੰਬੰਧਿਤ ਸੀ। 76ਵੀਂ ਸੰਵਿਧਾਨਕ ਸੋਧ 1994। 84ਵੀਂ ਸੰਵਿਧਾਨਕ ਸੋਧ 2001। 1971 ਦੀ ਜਨਸੰਖਿਆ ਦੇ ਆਧਾਰ 'ਤੇ ਹੀ ਲੋਕ ਸਭਾ ਦੀਆਂ ਸੀਟਾਂ 2026 ਤੱਕ ਨਹੀਂ ਵਧਾਈਆਂ ਜਾਣਗੀਆਂ। ਮਤਲਬ ਕਿ ਸੀਟਾਂ ਨੂੰ ਫਰੀਜ਼ ਕੀਤਾ ਗਿਆ। ਲੋਕ ਸਭਾ ਦੀਆਂ ਸੀਟਾਂ 2026 ਤੱਕ ਵਧਾਈਆਂ ਨਹੀਂ ਜਾਣਗੀਆਂ। ਲੋਕ ਸਭਾ ਦੀਆਂ ਸੀਟਾਂ 545 ਤੋਂ ਵਧਾ ਕੇ 552 ਕਰ ਦਿੱਤੀ ਗਈਆਂ। 7, 14, 31 ਅਤੇ 84ਵੀਂ ਇਹ ਸੋਧਾਂ ਦੇ ਵਿੱਚ ਸੀਟਾਂ ਨੂੰ ਵਧਾਇਆ ਗਿਆ ਹੈ। 86ਵੀਂ ਸੰਵਿਧਾਨਕ ਸੋਧ 2002 ਦੇ ਵਿੱਚ। ਇਸ ਸੋਧ ਨਾਲ ਸੰਵਿਧਾਨ ਦੇ ਭਾਗ 3 ਮੌਲਿਕ ਅਧਿਕਾਰ ਵਿੱਚ ਅਨੁਛੇਦ 21A ਜੋੜਿਆ ਗਿਆ। ਇਸ ਸੋਧ ਵਿੱਚ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਦਿੱਤਾ ਗਿਆ ਹੈ। ਇਹ ਲਾਗੂ 2009 ਦੇ ਵਿੱਚ ਕੀਤਾ ਗਿਆ ਸੀ। ਇਸ ਸੋਧ ਰਾਹੀਂ ਸਾਡੇ ਸੰਵਿਧਾਨ ਵਿੱਚ 11ਵਾਂ ਕਰਤੱਵ ਜੋੜਿਆ ਗਿਆ, ਜਿਸ ਵਿੱਚ ਮਾਂ-ਬਾਪ ਦਾ ਜਾਂ ਸਰਪ੍ਰਸਤ ਦਾ ਕਰਤੱਵ ਹੈ ਕਿ ਉਹ 6 ਸਾਲ ਦੇ ਬੱਚੇ ਨੂੰ ਸਿੱਖਿਆ ਪ੍ਰਦਾਨ ਕਰੇ। ਇਸ ਦੇ ਨਾਲ ਮੌਲਿਕ ਅਧਿਕਾਰ ਜੋੜਿਆ ਗਿਆ ਜੋ 21A ਦੇ ਵਿੱਚ ਆਉਂਦਾ ਹੈ। 11ਵਾਂ ਮੌਲਿਕ ਕਰਤੱਵ ਜੋੜਿਆ ਗਿਆ ਜੋ 42ਵੀਂ ਸੋਧ 1976 ਰਾਹੀਂ 10 ਮੌਲਿਕ ਕਰਤੱਵ ਬਣੇ ਸੀ। ਹੁਣ 11ਵਾਂ ਕਰਤੱਵ ਹੈ, ਇਹ 6 ਤੋਂ 14 ਸਾਲ ਤੱਕ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਅਤੇ ਇਸ ਦੇ ਨਾਲ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਦੇ ਵਿੱਚ ਆਰਟੀਕਲ 45 'ਚ ਵੀ ਦੱਸਿਆ ਗਿਆ ਹੈ। 99ਵੀਂ ਸੋਧ 2003। ਅਨੁਸੂਚਿਤ ਜਨਜਾਤੀ ਲਈ ਇੱਕ ਵੱਖਰੇ ਕਮਿਸ਼ਨ ਦਾ ਨਿਰਮਾਣ ਕਰਨਾ, ਰਾਸ਼ਟਰੀ ਕਮਿਸ਼ਨ ਅਨੁਸੂਚਿਤ ਜਾਤੀ ਤੋਂ ਅਲੱਗ ਕਰਕੇ। 338 NCSC ਰਾਸ਼ਟਰੀ ਕਮਿਸ਼ਨ ਅਨੁਸੂਚਿਤ ਜਾਤੀ। 338A NCST ਰਾਸ਼ਟਰੀ ਕਮਿਸ਼ਨ ਅਨੁਸੂਚਿਤ ਜਾਤੀ ਤੇ 338B ਦੇ ਵਿੱਚ NCBC ਰਾਸ਼ਟਰੀ ਕਮਿਸ਼ਨ ਪਿਛੜਾ ਵਰਗ। 91ਵੀਂ ਸੋਧ 2003 ਦੇ ਰਾਹੀਂ। ਇਸ ਸੋਧ ਦੇ ਵਿੱਚ ਮੰਤਰੀ ਮੰਡਲ ਦਾ ਆਕਾਰ ਲੋਕ ਸਭਾ ਦੇ ਆਕਾਰ ਨਾਲੋਂ 15% ਕੀਤਾ ਗਿਆ। ਇਸ ਦੇ ਵਿੱਚ 15% ਮੰਤਰੀਆਂ ਨੂੰ ਚੁਣਿਆ ਜਾ ਸਕਦਾ ਹੈ। 92ਵੀਂ ਸੋਧ 2003 ਦੇ ਰਾਹੀਂ। 21ਵੀਂ ਤੇ 71ਵੀਂ ਦੋ ਸੋਧਾਂ ਭਾਸ਼ਾ ਨਾਲ ਸੰਬੰਧਿਤ ਨੇ। 21 ਤੇ 71 ਨੂੰ ਜਦੋਂ ਆਪਾਂ ਜੋੜਦੇ ਹਾਂ ਤਾਂ 92 ਆਉਂਦਾ ਹੈ। ਤੀਜੀ ਸੋਧ ਹੈ ਜਿਹੜੀ ਭਾਸ਼ਾ ਨੂੰ ਲੈ ਕੇ, ਉਹ 92ਵੀਂ ਸੋਧ 2003 ਹੈ। ਇਸ ਸੋਧ ਰਾਹੀਂ ਸੰਵਿਧਾਨ ਦੀ ਅਨੁਸੂਚੀ 8ਵੀਂ ਦੇ ਵਿੱਚ 4 ਭਾਸ਼ਾਵਾਂ ਨੂੰ ਹੋਰ ਦਰਜ ਕੀਤਾ ਗਿਆ, ਜਿਸ ਵਿੱਚ ਡੋਗਰੀ, ਬੋਡੋ, ਮੈਥਾਲੀ ਅਤੇ ਸੰਥਾਲੀ। ਬੋਡੋ ਅਸਾਮ ਦੀ ਭਾਸ਼ਾ ਹੈ ਕਿਉਂਕਿ ਇਸ ਦੇ ਉੱਤੇ ਇੱਕ ਬੋਡੋ ਅੰਦੋਲਨ ਵੀ ਚੱਲਿਆ ਸੀ। 93ਵੀਂ ਸੰਵਿਧਾਨਕ ਸੋਧ 2006 ਦੇ ਵਿੱਚ।
ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿੱਚ ਹੋਰ ਪਛੜੀਆਂ ਸ਼੍ਰੇਣੀਆਂ OBC ਲਈ ਰਾਖਵੇਂਕਰਨ 27% ਕੋਟਾ ਦੀ ਵਿਵਸਥਾ ਕੀਤੀ ਸੀ। 95ਵੀਂ ਸੰਵਿਧਾਨਕ ਸੋਧ 2009 ਦੇ ਵਿੱਚ SC ST ਐਂਗਲੋ ਇੰਡੀਅਨਾਂ ਦੀਆਂ ਸੀਟਾਂ ਦਾ ਰਾਖਵਾਂਕਰਨ 25 ਜਨਵਰੀ 2020 ਤੱਕ ਵਧਾਇਆ ਗਿਆ ਸੀ। 96ਵੀਂ ਸੋਧ 2011 ਇਸ ਸੋਧ ਨਾਲ ਉੜੀਆ ਭਾਸ਼ਾ ਦੀ ਥਾਂ ਉੱਤੇ ਇਸ ਦਾ ਨਾਮ ਉਰੀਆ ਰੱਖਿਆ ਗਿਆ ਸੀ। ਓਡੀਆ ਦੀ ਥਾਂ ਤੇ ਓਰੀਆ ਰੱਖਿਆ ਗਿਆ ਸੀ। 97ਵੀਂ ਸੰਵਿਧਾਨਕ ਸੋਧ 2011 ਇਸ ਨੂੰ ਵੀ ਪੇਪਰ ਦੇ ਵਿੱਚ ਪੁੱਛਿਆ ਗਿਆ ਹੈ, ਕਿਹੜੇ ਭਾਗ ਦੇ ਵਿੱਚ ਹੈ। ਇਸ ਨਾਲ ਸੰਬੰਧਿਤ ਆਰਟੀਕਲ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਕਿਹੜਾ ਆਰਟੀਕਲ ਜੋੜਿਆ ਗਿਆ ਸੀ। ਇਸ ਤਰ੍ਹਾਂ ਦੇ ਕੁਐਸਚਨ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਦੇਖੇ ਗਏ ਹਨ। ਇਹ ਸੋਧ ਵੀ ਬਹੁਤ ਇੰਪੋਰਟੈਂਟ ਹੈ। ਕਾਰਪੋਰੇਟ ਸੁਸਾਇਟੀਆਂ, ਜਿਨ੍ਹਾਂ ਨੂੰ ਆਪਾਂ ਸਹਿਕਾਰੀ ਸੰਮਤੀਆਂ ਵੀ ਕਹਿੰਦੇ ਹਾਂ, ਇਸ ਨੂੰ ਸੰਵਿਧਾਨ ਦੇ ਭਾਗ 9B ਵਿੱਚ ਜੋੜਿਆ ਗਿਆ ਅਤੇ ਇਸ ਨਾਲ ਸੰਬੰਧਿਤ ਆਰਟੀਕਲ 243 ZH ਤੋਂ 243 ZT ਤੱਕ ਹਨ। ਇੱਕ ਅਨੁਛੇਦ 43B ਵੀ ਜੋੜਿਆ ਗਿਆ ਹੈ ਜੋ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਹੈ। 99ਵੀਂ ਸੰਵਿਧਾਨਕ ਸੋਧ 2014 ਨੰਨੇ ਦੇ 99 ਨੰਨੇ ਤੇ ਨਜੈਕ ਜੋੜਿਆ ਗਿਆ ਸੀ। ਇਹ ਸੋਧ ਸੁਪਰੀਮ ਕੋਰਟ ਦੀ ਨਿਯੁਕਤੀ ਨੂੰ ਲੈ ਕੇ, ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਹੋਈ ਸੀ। ਜੱਜਾਂ ਦੀ ਨਿਯੁਕਤੀ ਕੋਲੀਜੀਅਮ ਸਿਸਟਮ ਰਾਹੀਂ ਹੁੰਦੀ ਸੀ। ਸੰਸਦ ਨੇ ਜੱਜਾਂ ਦੀ ਨਿਯੁਕਤੀ ਲਈ ਇੱਕ ਨਵਾਂ ਕਮਿਸ਼ਨ ਬਣਾਇਆ ਸੀ, ਜਿਸ ਦਾ ਐਲਾਨ ਨਰਿੰਦਰ ਮੋਦੀ ਨੇ 15 ਅਗਸਤ 2014 ਨੂੰ ਕੀਤਾ ਗਿਆ ਸੀ ਅਤੇ 31 ਦਸੰਬਰ 2014 ਨੂੰ ਨਜੈਕ ਲਾਗੂ ਕੀਤਾ ਗਿਆ, ਜਿਸ ਦੇ ਮੈਂਬਰ ਮੁੱਖ ਜੱਜ ਅਤੇ 2 ਹੋਰ ਸੀਨੀਅਰ ਜੱਜ ਤੋਂ ਇਲਾਵਾ ਪ੍ਰਧਾਨ ਮੰਤਰੀ, ਕਾਨੂੰਨ ਮੰਤਰੀ ਅਤੇ ਵਿਰੋਧੀ ਧਿਰ ਦਾ ਨੇਤਾ ਸ਼ਾਮਲ ਹੋਣਗੇ। ਨਜੈਕ ਨੈਸ਼ਨਲ ਜੁਡੀਸ਼ੀਅਲ ਅਪਾਇੰਟਮੈਂਟਸ ਕਮਿਸ਼ਨ ਇਹ ਜੋੜਿਆ ਗਿਆ। ਇਹ ਇੱਕ ਹੀ ਅਜਿਹੀ ਸੋਧ ਹੈ ਜੋ ਸੁਪਰੀਮ ਕੋਰਟ ਵੱਲੋਂ 16 ਅਕਤੂਬਰ 2015 ਨੂੰ ਰੱਦ ਕੀਤੀ ਗਈ ਸੀ, ਕਿਉਂਕਿ ਨਿਆਂਪਾਲਿਕਾ ਦੇ ਵਿੱਚ ਹਸਤਸ਼ੇਪ ਹੋ ਗਿਆ ਸੀ। 100ਵੀਂ ਸੋਧ 2015 ਇਹ ਸੋਧ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਜ਼ਮੀਨੀ ਸੀਮਾ ਜਾਂ ਸਮਝੌਤੇ ਨੂੰ ਲੈ ਕੇ ਹੋਏ ਸੀ। ਬਸਤੀਆਂ ਨੂੰ ਲੈ ਕੇ ਹੋਈ ਸੀ। 111 ਬਸਤੀਆਂ ਬੰਗਲਾਦੇਸ਼ ਨੂੰ ਦਿੱਤੀਆਂ ਗਈਆਂ ਭਾਰਤ ਵੱਲੋਂ ਅਤੇ 51 ਬਸਤੀਆਂ ਬੰਗਲਾਦੇਸ਼ ਨੇ ਭਾਰਤ ਨੂੰ ਦਿੱਤੀਆਂ। ਇਸ ਸੋਧ ਦੇ ਨਾਲ ਅਸਾਮ, ਪੱਛਮੀ ਬੰਗਾਲ, ਮੇਘਾਲਿਆ, ਤ੍ਰਿਪੁਰਾ ਰਾਜ ਪ੍ਰਭਾਵਿਤ ਹੋਏ ਸੀ। 101ਵੀਂ ਸੋਧ 2016 ਇਹ ਸੋਧ GST ਨਾਲ ਸੰਬੰਧਿਤ ਹੈ। GST ਮੀਨਸ ਗੁਡਸ ਸਰਵਿਸ ਟੈਕਸ ਅਤੇ GST ਨੂੰ ਲਾਗੂ ਕੀਤਾ ਗਿਆ 1 ਜੁਲਾਈ 2017 ਨੂੰ। ਰਾਸ਼ਟਰਪਤੀ ਨੇ ਇਸ ਬਿੱਲ ਉੱਤੇ ਸਾਈਨ ਕੀਤੇ 8 ਸਤੰਬਰ 2016 ਨੂੰ। ਇਹ ਟੈਕਸ ਵਿਜੇ ਕੇਲਕਰ ਕਮੇਟੀ ਦੇ ਕਹਿਣ ਉੱਤੇ ਲਗਾਇਆ ਗਿਆ, ਮਤਲਬ GST ਦੀ ਸਿਫਾਰਿਸ਼ ਵਿਜੇ ਕੇਲਕਰ ਕਮੇਟੀ ਨੇ ਕੀਤੀ ਸੀ। ਇਸ ਦੇ ਨਾਲ ਇੱਕ ਕੁਐਸਚਨ ਹੋਰ ਨਿਕਲਦਾ ਹੈ, ਵਿਜੇ ਕੇਲਕਰ ਕਮੇਟੀ ਕਿਸ ਨਾਲ ਸੰਬੰਧਿਤ ਹੈ? ਉਹ GST ਨਾਲ। ਪਹਿਲਾ ਦੇਸ਼ ਜਿਹਨੇ GST ਲਗਵਾਈ ਉਹ ਫਰਾਂਸ ਸੀਗਾ। 1954 ਦੇ ਵਿੱਚ ਇਸ ਨੇ ਸ਼ੁਰੂਆਤ ਕੀਤੀ ਸੀ। ਭਾਰਤ ਨੇ ਕੈਨੇਡਾ ਦੇ ਮਾਡਲ ਦੀ ਤਰਜ਼ ਦੇ ਆਧਾਰ 'ਤੇ ਭਾਰਤ ਵਿੱਚ ਟੈਕਸ ਦਾ ਢਾਂਚਾ ਤਿਆਰ ਕੀਤਾ ਹੈ, ਮਤਲਬ ਕਿ ਭਾਰਤ ਨੇ GST ਦਾ ਸਿਧਾਂਤ ਕਿੱਥੋਂ ਲਿਆ ਗਿਆ ਹੈ? ਉਹ ਕੈਨੇਡਾ ਤੋਂ ਲਿਆ ਗਿਆ ਹੈ। ਪਹਿਲਾ ਰਾਜ ਅਸਾਮ ਸੀ, ਜਿਹਨੇ 12 ਅਗਸਤ 2016 ਅਤੇ ਆਖਰੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ 5 ਜੁਲਾਈ 2017 ਨੂੰ। ਇਸ ਦਾ ਬਿੱਲ ਨੰਬਰ 122 ਹੈ ਅਤੇ ਇਹ 2014 ਨੂੰ ਪੇਸ਼ ਕੀਤਾ ਗਿਆ ਸੀ। ਇਸ ਦਾ ਆਰਟੀਕਲ 279A ਹੈ। GST ਕੌਂਸਲ ਦਾ ਮੁਖੀ ਵਿੱਤ ਮੰਤਰੀ ਹੁੰਦਾ ਹੈ। ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਹੈ। GST ਪਰਿਸ਼ਦ ਵਿੱਚ ਕੁੱਲ ਮੈਂਬਰ 33 ਹਨ, ਜਿਨ੍ਹਾਂ ਦੇ ਵਿੱਚ ਹਰ ਇੱਕ ਸਟੇਟ ਦਾ ਵਿੱਤ ਮੰਤਰੀ ਹੁੰਦਾ ਹੈ। 102ਵੀਂ ਸੋਧ 2018 ਇਹ ਸੋਧ ਪਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿਵਾਉਂਦੀ ਹੈ। 338B ਦੇ ਵਿੱਚ NCBC ਰਾਸ਼ਟਰੀ ਕਮਿਸ਼ਨ ਪਛੜਾ ਵਰਗ। 103ਵੀਂ ਸੰਵਿਧਾਨਕ ਸੋਧ 2019 ਇਹ ਸੋਧ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ EWS
ਲਈ 10% ਦੇ ਕੋਟੇ ਦੀ ਗੱਲ ਕਹੀ ਹੈ। ਮਤਲਬ ਕਿ ਜਰਨਲਾਂ ਲਈ 10% ਕੋਟੇ ਦੀ ਗੱਲ, ਜਿਨ੍ਹਾਂ ਰਾਹੀਂ EWS ਸਰਟੀਫਿਕੇਟ ਬਣਦਾ ਹੈ, ਉਹ 103ਵੀਂ ਸੋਧ 2019 ਰਾਹੀਂ। 104 ਸੋਧ 2020 ਲੋਕ ਸਭਾ ਵਿੱਚ ਜਿਹੜੀਆਂ ਸੀਟਾਂ SC ਜੋ 84 ਸੀ ਅਤੇ ST ਲਈ 47 ਲਈ ਰਿਜ਼ਰਵ ਹਨ, ਉਹਨਾਂ ਨੂੰ ਹੋਰ 10 ਸਾਲ ਲਈ ਵਾਧਾ ਕੀਤਾ ਗਿਆ ਅਤੇ ਜਿਹੜੀਆਂ 2 ਐਂਗਲੋ ਇੰਡੀਅਨ ਸੀਟਾਂ ਸੀਗੀਆਂ ਉਹਨਾਂ ਨੂੰ ਖਤਮ ਕੀਤਾ ਗਿਆ। ਮਤਲਬ ਕਿ 104ਵੀਂ ਸੋਧ ਦੇ ਵਿੱਚ ਐਂਗਲੋ ਇੰਡੀਅਨਾਂ ਦਾ ਅਹੁਦਾ ਖਤਮ ਕੀਤਾ ਗਿਆ। ਆਰਟੀਕਲ 330 ਰਾਹੀਂ SC ST ਲਈ ਲੋਕ ਸਭਾ ਵਿੱਚ ਰਿਜ਼ਰਵੇਸ਼ਨ ਸੀ। ਇਹ ਆਰਟੀਕਲ ਇਹਨਾਂ ਨਾਲ ਸੰਬੰਧਿਤ ਹੈ। 331 ਐਂਗਲੋ ਇੰਡੀਅਨਾਂ ਲਈ ਲੋਕ ਸਭਾ ਵਿੱਚ ਰਿਜ਼ਰਵੇਸ਼ਨ ਸੀ, ਜਿਨ੍ਹਾਂ ਨੂੰ ਖਤਮ ਕੀਤਾ ਗਿਆ। 332 ਰਾਜ ਵਿਧਾਨ ਸਭਾ ਵਿੱਚ SC ST ਲਈ ਰਾਖਵੇਂਕਰਨ ਨਾਲ ਸੰਬੰਧਿਤ ਹੈ। 105ਵੀਂ ਜਾਂ ਆਖਰੀ ਸੋਧ 2021, ਇਸ ਸੋਧ ਨਾਲ ਰਾਜ ਕੋਲ ਜਾਂ ਸਟੇਟ ਕੋਲ ਸ਼ਕਤੀ ਦਿੱਤੀ ਗਈ ਹੈ ਉਹ ਸਮਾਜਿਕ ਅਤੇ ਵਿਦਿਅਕ ਤੌਰ 'ਤੇ ਪਛੜੇ ਹੋਏ ਵਰਗਾਂ ਦੀ ਪਛਾਣ ਕਰਨਾ, ਭਾਵ ਜੋ OBC ਦਾ ਸਰਟੀਫਿਕੇਟ ਹੈ ਉਹ ਬਣਾਉਣ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਨੇ ਸਟੇਟਾਂ ਨੂੰ ਦਿੱਤੀ ਗਈ। ਧੰਨਵਾਦ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ, ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਇਸ ਵੀਡੀਓ ਦੀ PDF ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਪੰਜਾਬ ਫਤਿਹ ਕਲਾਸਿਸ ਦੇ ਉੱਤੇ ਮਿਲ ਜਾਊਗੀ। ਜੇ ਫਿਰ ਵੀ ਕਿਸੇ ਨੂੰ ਚੈਨਲ ਲੱਭਣ 'ਚ ਔਖਾ ਹੁੰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਜੋ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦਿੱਤੇ ਗਏ ਨੇ ਉਹਨਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਤੁਹਾਨੂੰ PDF WhatsApp ਰਾਹੀਂ ਵੀ ਦਿੱਤੀ ਜਾ ਸਕਦੀ ਹੈ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਆਸ ਕਰਦੇ ਹਾਂ ਤੁਹਾਡੇ ਲਈ ਬਹੁਤ ਹੈਲਪਫੁਲ ਹੋਣਗੀਆਂ ਇਹ ਵੀਡੀਓ, ਅਤੇ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ ਤੁਹਾਨੂੰ ਸਕਸੈਸ ਬਣਾਉਣ। ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਅਤੇ ਤੁਹਾਡੀ ਜਲਦੀ ਤੋਂ ਜਲਦੀ ਪੰਜਾਬ ਪੁਲਿਸ ਦੇ ਵਿੱਚ ਜੁਆਇਨਿੰਗ ਕਰਵਾਉਣ। ਧੰਨਵਾਦ।